ਇਹ ਰਹੀ ਇੱਕ ਲੰਬੀ, ਖਤਰਨਾਕ ਅਤੇ ਡਰਾਉਣੀ ਪੰਜਾਬੀ ਕਹਾਣੀ ਜੋ ਹਮਜ਼ਾਤ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਹਾਣੀ ਦਾ ਨਾਮ ਚੁੱਪ ਦੀ ਲਕੀਰ। ਰਾਤ ਦੇ 12 ਵਜੇ ਸਨ। ਪਿੰਡ ਦੇ ਬਾਹਰ ਇੱਕ ਪੁਰਾਣਾ ਖੰਡਰ ਸੀ। ਉੱਥੇ ਜਾਣ ਤੋਂ ਬਹੁਤ ਸਾਰੇ ਲੋਕ ਡਰਦੇ ਸੀ, ਪਰ ਮੈਂ ਉਹ ਖੰਡਰ ਵਿੱਚ ਚਲਾ ਗਿਆ। ਮੈਨੂੰ ਲੱਗਦਾ ਸੀ ਕਿ ਮੇਰਾ ਹਮਜ਼ਾਤ ਹੁਣ ਮੇਰੇ ਨਜ਼ਦੀਕ ਆ ਗਿਆ ਹੈ। ਉਹ ਸਿਰਫ ਖਵਾਬਾਨ ਵਿੱਚ ਨਹੀਂ, ਹਕੀਕਤ ਵਿੱਚ ਵੀ ਮੇਰੇ ਕੋਲ ਆ ਰਿਹਾ ਸੀ। ਜਦੋਂ ਮੈਂ ਸਿੱਧੀ ਕਰਨ ਦੀ ਕੋਸ਼ਿਸ਼ ਕਰੀ ਤਾਂ ਹਵਾ ਇੱਕਦਮ ਠੰਡੀ ਹੋ ਗਈ। ਮੇਰੇ ਆਲੇ ਦੁਆਲੇ ਦੀਆਂ ਚੀਜ਼ਾਂ ਆਪਣੇ ਆਪ ਹਿਲਣ ਲੱਗੀਆਂ। ਮੋਮਬੱਤੀ ਦੀ ਲੋ ਇੱਕ ਪਾਸੇ ਝੁਕ ਗਈ ਤੇ ਮੇਰੇ ਸਾਹ ਨਾਲ ਇੱਕ ਪਸੀਨੇ ਦੀ ਬੂੰਦ ਵਹਿ ਗਈ। ਮੈਂ ਜਾਣਦਾ ਸੀ ਕੁਝ ਆ ਰਿਹਾ ਸੀ। ਮੈਂ ਜ਼ਮੀਨ ਤੇ ਚੂਨਾ ਲਾ ਕੇ ਇੱਕ ਲਕੀਰ ਦਾ ਦਾਇਰਾ ਖਿੱਚ ਲਿਆ। ਇਹ ਦਾਇਰਾ ਮੇਰੀ ਆਖਰੀ ਢਾਲ ਸੀ। ਬਾਹਰ ਜੋ ਵੀ ਸੀ ਉਹ ਅੰਦਰ ਨਹੀਂ ਆ ਸਕਦਾ ਸੀ, ਪਰ ਜੋ ਹੋਇਆ ਉਹ ਬਿਆਨ ਤੋਂ ਬਾਹਰ ਸੀ। ਚੁੱਪੀ ਚੋਂ ਅਚਾਨਕ ਇੱਕ ਆਵਾਜ਼ ਆਈ, ਕਿਸੇ ਦੀ ਹੰਕਾਰ ਭਰੀ ਹੱਸ। ਤੂੰ ਮੈਨੂੰ ਸਿੱਧ ਕਰਨਾ ਚਾਹੁੰਦਾ ਸੀ, ਹੁਣ ਦੇਖ ਤੈਥੋਂ ਕੀ ਕੂੜ ਨਿਕਲਦਾ ਹੈ। ਅਚਾਨਕ ਕਮਰੇ ਦੀਆਂ ਕੰਧਾਂ ਤੇ ਲਾਲ ਲਹੂ ਨਾਲ ਨਾਮ ਲਿਖੇ ਹੋਏ ਆਉਣ ਲੱਗੇ। ਮੇਰਾ ਨਾਮ। ਚਾਨਣ ਹੌਲੇ ਹੌਲੇ ਮਿਟਦਾ ਗਿਆ। ਕੰਧਾਂ ਤੇ ਛਾਵਾਂ ਨਹੀਂ, ਪਰ ਸਾਫ਼ ਰੂਪ ਤਲਕਦੇ ਸਨ। ਲੰਬੀਆਂ, ਮੋਹਰੇ ਟੰਗੀਆਂ ਉਂਗਲਾਂ ਵਾਲੀਆਂ ਹਸਤੀਆਂ ਜੋ ਚੁੱਪਚਾਪ ਦਾਇਰੇ ਦੇ ਆਲੇ ਦੁਆਲੇ ਘੁੰਮਦੀਆਂ ਸਨ। ਉਹ ਹਮਜ਼ਾਤ ਨਹੀਂ ਸੀ, ਉਹ ਕੁਝ ਹੋਰ ਸੀ। ਸ਼ਾਇਦ ਉਹ ਮੈਨੂੰ ਲੱਭ ਰਹੇ ਸਨ। ਜਦ ਮੈਂ ਅੱਖਾਂ ਬੰਦ ਕੀਤੀਆਂ, ਮੇਰੇ ਕੰਨ 'ਚ ਇੱਕ ਆਵਾਜ਼ ਗੂੰਜੀ, ਇੱਕ ਵਾਰੀ ਲਕੀਰ ਕੱਟ ਕੇ ਵੇਖ, ਸਾਰੀ ਹਕੀਕਤ ਸਾਹਮਣੇ ਆ ਜਾਵੇਗੀ। ਮੈਂ ਠੰਡੇ ਪਸੀਨੇ 'ਚ ਤਰ ਗਿਆ। ਇੱਕ ਛੋਟਾ ਜਿਹਾ ਭੁਲੇਖਾ ਤੇ ਪੈਰ ਲਕੀਰ ਤੋਂ ਬਾਹਰ, ਤੇ ਉਸੇ ਵੇਲੇ ਬੱਤੀ ਬੁਝ ਗਈ। ਸੰਸਾਰ ਚੁੱਪ ਹੋ ਗਿਆ, ਹਵਾ ਥੰਮ ਗਈ ਤੇ ਅਚਾਨਕ ਇੱਕ ਹੱਥ ਮੇਰੀ ਗਰਦਨ ਨੂੰ ਛੂ ਗਿਆ। ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਕਿਹੜੀ ਆਤਮਾ ਸੀ ਜੋ ਹਮਜ਼ਾਤ ਦੇ ਰੂਪ 'ਚ ਆਈ? ਉਹ ਕਿਉਂ ਚਾਹੁੰਦੀ ਸੀ ਕਿ ਲਕੀਰ ਕੱਟੀ ਜਾਵੇ ਜਾਂ ਨਹੀਂ? ਇਹ ਤੁਸੀਂ ਜਾਣਾਂਗੇ ਭਾਗ ਦੂਜੇ ਵਿੱਚ। ਕਹਾਣੀ ਦਾ ਦੂਜਾ ਭਾਗ, ਚੁੱਪ ਦੀ ਲਕੀਰ, ਹੱਦ ਤੋਂ ਪਾਰ। ਜਦੋਂ ਉਹ ਹੱਥ ਮੇਰੀ ਗਰਦਨ ਨੂੰ ਛੂਹਿਆ, ਮੇਰੀ ਸਾਂਸ ਜੰਮ ਗਈ। ਮੈਂ ਲਕੀਰ 'ਚ ਸੀ, ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਕੁਝ ਅੰਦਰ ਆ ਗਿਆ ਹੋਵੇ। ਮੈਂ ਅੱਖਾਂ ਖੋਲੀਆਂ ਤਾਂ ਮੇਰੇ ਸਾਹਮਣੇ ਮੈਂ ਖੁਦ ਖੜਾ ਸੀ। ਹਾਂ, ਮੇਰਾ ਹਮਜ਼ਾਤ, ਪਰ ਉਹ ਮੇਰੇ ਵਰਗਾ ਨਹੀਂ ਸੀ। ਉਸਦੇ ਅੱਖਾਂ ਕਾਲੀ ਧੁੰਦ ਵਰਗੀਆਂ, ਮੁਸਕਾਨ ਚੀਰਦੇ ਰਹੀ ਸੀ। ਮੈਂ ਤੇਰਾ ਪਰਛਾਵਾਂ ਨਹੀਂ ਹਾਂ, ਉਹ ਕਹਿੰਦਾ। ਮੈਂ ਉਹ ਹਾਂ ਜੋ ਤੂੰ ਛੁਪਾ ਰਿਹਾ ਸੀ। ਮੈਂ ਪੁੱਛਿਆ, ਤੂੰ ਕੌਣ ਹੈ? ਉਸਨੇ ਹੌਲੀ ਆਖਿਆ, ਮੈਂ ਤੇਰੀ ਭੂਲ ਹਾਂ ਜੋ ਤੂੰ ਕਦੇ ਮੰਨਣੀ ਨਹੀਂ ਚਾਹੀ। ਅਚਾਨਕ ਮੇਰੇ ਦਿਲ 'ਚ ਦਰਦ ਹੋਇਆ। ਦਾਇਰੇ ਦੇ ਬਾਹਰ ਤੋਂ ਆਵਾਜ਼ਾਂ ਆਉਣ ਲੱਗੀਆਂ, ਬੱਚਿਆਂ ਦੇ ਰੋਣ ਦੀਆਂ, ਕਿਸੇ ਔਰਤ ਦੀ ਚੀਖ। ਇੱਕ ਛੋਟਾ ਬੱਚਾ ਦਾਇਰੇ ਦੇ ਬਾਹਰ ਖੜਾ ਹੋਇਆ ਆਖ ਰਿਹਾ ਸੀ, ਤੂੰ ਤਾਂ ਮੈਨੂੰ ਬਚਾਉਣ ਵਾਲਾ ਸੀ, ਫਿਰ ਤੂੰ ਕਿਉਂ ਭੱਜ ਗਿਆ? ਮੈਂ ਜਾਣ ਗਿਆ ਸੀ ਜੋ ਕੁਝ ਮੈਂ ਕਦੇ ਕੀਤਾ ਸੀ ਉਹ ਹਮਜ਼ਾਤ ਦੀ ਤਾਕਤ ਬਣ ਚੁੱਕਾ ਸੀ। ਉਹ ਸਿਰਫ ਇੱਕ ਚਾਵ ਨਹੀਂ ਸੀ, ਉਹ ਮੇਰੀ ਪਿਛਲੀ ਜ਼ਿੰਦਗੀ ਦੀਆਂ ਲਹੂ ਨਾਲ ਲਿਖੀਆਂ ਗਲਤੀਆਂ ਦਾ ਨਤੀਜਾ ਸੀ। ਮੇਰੇ ਸਾਹਮਣੇ ਛਾਵਾਂ ਇੱਕ ਕਰਕੇ ਦਾਇਰੇ 'ਚ ਦਰਨ ਪਾਉਣ ਲੱਗੀਆਂ। ਮੈਂ ਮੰਤਰ ਪੜਨ ਲੱਗਾ। ਮੇਰੀ ਜ਼ਬਾਨ ਕੰਬ ਰਹੀ ਸੀ ਤੇ ਜਦੋਂ ਲਗਭਗ ਹਾਰ ਮੰਨਣ ਵਾਲਾ ਸੀ, ਮਾਟੀ 'ਚੋਂ ਇੱਕ ਰੋਸ਼ਨੀ ਨਿਕਲੀ। ਉਹ ਇੱਕ ਬੁੱਢੀ ਔਰਤ ਸੀ ਜਿਸਨੇ ਕਿਹਾ, ਜੇ ਤੂੰ ਸੱਚ ਦਾ ਸਾਹਮਣਾ ਕਰੇ ਤੇ ਹਮਜ਼ਾਤ ਦੀਆਂ ਅੱਖਾਂ 'ਚ ਅੱਖ ਪਾਈ, ਉਹ ਕਦੇ ਵੀ ਤੇਰਾ ਨੁਕਸਾਨ ਨਹੀਂ ਕਰ ਸਕਦਾ। ਮੈਂ ਉਸਦੇ ਅੱਖਾਂ 'ਚ ਵੇਖਿਆ, ਇੱਕ ਦਿਲ ਹਿਲਾ ਦੇਣ ਵਾਲੀ ਚੀਖ ਨਿਕਲੀ। ਹਮਜ਼ਾਤ ਉਸੇ ਪਲ ਮਿੱਟੀ 'ਚ ਵੱਜ ਕੇ ਗਾਇਬ ਹੋ ਗਿਆ। ਪਰ ਰਾਤ ਨੂੰ ਜਦ ਮੈਂ ਘਰ ਪਰਤਿਆ, ਮੇਰੀ ਕੰਧ ਤੇ ਲਿਖਿਆ ਸੀ, ਲਕੀਰ ਤਾਂ ਖਿੱਚ ਲਈ ਪਰ ਦਰਵਾਜ਼ਾ ਖੁੱਲ ਚੁੱਕਾ ਹੈ। 3 ਪਾਰਟ। ਕਹਾਣੀ ਦਾ ਤੀਜਾ ਭਾਗ, ਚੁੱਪ ਦੀ ਲਕੀਰ, ਖੋਲਿਆ ਦਰਵਾਜ਼ਾ। ਉਸ ਰਾਤ ਤੋਂ ਬਾਅਦ ਮੇਰੀ ਜ਼ਿੰਦਗੀ ਕਦੇ ਵੀ ਨਾਰਮਲ ਨਹੀਂ ਰਹੀ। ਮੈਨੂੰ ਲੱਗਿਆ ਸੀ ਕਿ ਹਮਜ਼ਾਤ ਨਸ਼ਕ ਹੋ ਗਿਆ, ਪਰ ਅਸਲ ਵਿੱਚ ਉਹ ਹੁਣ ਮੇਰੇ ਅੰਦਰ ਵਸ ਗਿਆ ਸੀ। ਘਰ ਦੇ ਕਮਰੇ ਵਿਚਲੇ ਸ਼ੀਸ਼ੇ ਵਿਖੇ ਮੈਂ ਆਪਣਾ ਚਿਹਰਾ ਵੇਖਦਾ, ਪਰ ਕਈ ਵਾਰ ਉਹ ਚਿਹਰਾ ਮੇਰਾ ਨਹੀਂ ਹੁੰਦਾ। ਕਾਲੀਆਂ ਅੱਖਾਂ, ਹੌਲੀ ਹੌਲੀ ਹਿਲਦੀ ਹੱਡੀਆਂ ਵਾਲੀ ਮੂੰਹ। ਮੈਨੂੰ ਹੁਣ ਸੁਣਾਈ ਦਿੰਦੀ ਸੀ ਉਹੀ ਹੰਕਾਰ ਭਰੀ ਆਵਾਜ਼। ਇਹ ਸਿਰਫ ਸ਼ੁਰੂਆਤ ਸੀ। ਕੱਲ ਰਾਤ ਮੈਂ ਸੁੱਤਿਆਂ, ਮੈਂ ਇੱਕ ਜੰਗਲ ਵਿੱਚ ਸੀ। ਰੁੱਖ ਸੜ ਰਹੇ ਸਨ, ਹਵਾ ਵਿੱਚ ਲੂਹ ਦੀ ਬੂ। ਅਚਾਨਕ ਇੱਕ ਔਰਤ ਆਈ ਜਿਸ ਦਾ ਚਿਹਰਾ ਨਹੀਂ ਸੀ, ਸਿਰਫ ਸੂਈਆਂ ਦੀ ਚਿਲੀ। ਉਸਨੇ ਮੇਰੇ ਹੱਥ 'ਚ ਇੱਕ ਕੱਪੜੀ ਵਾਲਾ ਮਣਕਾ ਫੜਾਇਆ ਅਤੇ ਆਖਿਆ, ਤੇਰਾ ਦਰਵਾਜ਼ਾ ਖੁੱਲ ਗਿਆ ਹੈ, ਹੁਣ ਹਰ ਰੂਹ ਜੋ ਤੈਨੂੰ ਲੱਭ ਰਹੀ ਸੀ ਆ ਸਕਦੀ ਹੈ। ਅਗਲੀ ਸਵੇਰ ਮੇਰੇ ਘਰ ਦੇ ਦਰਵਾਜ਼ੇ ਤੇ ਖੂਨ ਨਾਲ ਲਿਖਿਆ ਸੀ, ਸਾਡੇ ਲਈ ਤੂੰ ਹੁਣ ਸਿਰਫ ਸਾਧਾਰਨ ਮਨੁੱਖ ਨਹੀਂ। ਮੈਂ ਦਾਇਰਾ ਖਿੱਚਿਆ, ਪਰ ਹੁਣ ਲਕੀਰ ਵੀ ਕੰਬ ਰਹੀ ਸੀ। ਹਵਾ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਚਾਨਕ ਮੇਰੀ ਲੰਬੀ ਛਾਂ ਟੁੱਟ ਗਈ। ਛਾਵਾਂ ਹੁਣ 2 ਹੋ ਗਈਆਂ ਸੀ, ਇੱਕ ਮੇਰੀ, ਦੂਜੀ ਉਸਦੀ। ਘਰ ਦੇ ਪਿਛਲੇ ਹਿੱਸੇ 'ਚ ਇੱਕ ਕਮਰਾ ਹੈ ਜੋ ਸਦੀਆਂ ਤੋਂ ਬੰਦ ਸੀ। ਰਾਤ ਦੀ ਤੀਸਰੀ ਘੰਟੀ ਵੱਜੀ ਤੇ ਉਹ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਅੰਦਰੋਂ ਠੰਡੀ ਹਵਾ ਨਹੀਂ, ਸਗੋਂ ਖੂਨ ਵਾਲਾ ਦੁੱਖ ਨਿਕਲ ਰਿਹਾ ਸੀ। ਅੰਦਰ ਇੱਕ ਆਵਾਜ਼ ਆਈ, ਅਸੀਂ ਆ ਗਏ ਹਾਂ, ਹੁਣ ਤੁਸੀਂ ਸਿਰਫ ਦੱਸੋ ਅਗਲਾ ਕੌਣ ਹੋਵੇ। ਕਹਾਣੀ ਅਜੇ ਮੁਕੰਮਲ ਨਹੀਂ ਹੋਈ। ਇਹ ਇੱਕ ਕਾਲ ਕਹਾਣੀ ਬਣ ਰਹੀ ਹੈ। ਕੀ ਤੁਸੀਂ ਇਹ ਕਹਾਣੀ ਚੌਥੇ ਹਿੱਸੇ ਤੱਕ ਲੈ ਚੱਲਣਾ ਚਾਹੁੰਦੇ ਹੋ, ਜਿੱਥੇ ਇਹ ਹਮਜ਼ਾਤ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ? ਪਾਰਟ 4, ਚੌਥਾ ਭਾਗ, ਚੁੱਪ ਦੀ ਲਕੀਰ, ਹਮਜ਼ਾਤ ਦੀ ਰਾਤ। ਮੈਂ ਸੋਚਿਆ ਸੀ ਕਿ ਮੈਂ ਤਾਕਤਵਰ ਹਾਂ, ਪਰ ਹਮਜ਼ਾਤ ਨੇ ਸਿਰਫ ਮੇਰੀ ਕਮਜ਼ੋਰੀ ਨਹੀਂ ਵੇਖੀ, ਉਹਨੇ ਉਹਨੂੰ ਵਰਤਣਾ ਵੀ ਸਿੱਖ ਲਿਆ। ਰਾਤ ਦੀ ਚੌਥੀ ਘੰਟੀ 'ਚ ਜਦ ਸਾਰਾ ਪਿੰਡ ਸੁੱਤਿਆ ਹੋਇਆ ਸੀ, ਮੈਨੂੰ ਮੇਰੇ ਘਰ 'ਚੋਂ ਬਾਹਰ ਇੱਕ ਪਰਛਾਵਾਂ ਦਿਸਿਆ। ਨਾ ਉਹ ਤੁਰਦਾ ਸੀ, ਨਾ ਉੱਡਦਾ, ਉਹ ਸਰਕਦਾ ਸੀ ਜਿਵੇਂ ਧਰਤੀ ਤੋਂ ਕੱਢ ਕੇ ਕਿਸੇ ਨੇ ਬਣਾਇਆ ਹੋਵੇ। ਉਸਦੇ ਹੱਥ ਲੰਮੇ, ਅੰਗੂਠੀਆਂ ਵਾਲੇ ਨਾੜਿਆਂ ਵਾਂਗ, ਉਂਗਲਾਂ ਅੰਦਰ ਵੱਲ ਮੁੜੀਆਂ ਹੋਈਆਂ। ਜਦੋਂ ਉਹ ਮੇਰੇ ਕੋਲ ਆਇਆ, ਉਸਨੇ ਸਿਰਫ ਇੱਕ ਵਾਕ ਆਖਿਆ, ਤੂੰ ਹੁਣ ਸਾਡਾ ਦਰਵਾਜ਼ਾ ਬਣ ਚੁੱਕਾ ਹੈ। ਮੈਂ ਬੇਹੋਸ਼ ਹੋ ਗਿਆ। ਜਦ ਹੋਸ਼ ਆਇਆ, ਮੈਂ ਇੱਕ ਕਾਲੇ ਕਮਰੇ ਵਿੱਚ ਸੀ। ਨਾ ਮੀਂਹ, ਨਾ ਹਵਾ, ਸਿਰਫ ਖਾਮੋਸ਼ੀ। ਅਚਾਨਕ ਮੇਰੇ ਆਲੇ ਦੁਆਲੇ ਅੱਖਾਂ ਖੁੱਲਣ ਲੱਗੀਆਂ।
ਚਾਰ ਭਿੱਜੇ ਹੋਏ ਚਿਹਰੇ ਜਿਨ੍ਹਾਂ ਦੀਆਂ ਚੀਖਾਂ ਹਵਾ 'ਚ ਗੂੰਜਦੀਆਂ। ਉਹ ਸਾਰੇ ਲੋਕ ਸੀ ਜੋ ਕਦੇ ਮੈਨੂੰ ਮਿਲਣ ਆਏ ਸਨ ਪਰ ਦੁਬਾਰਾ ਨਹੀਂ ਵੇਖੇ ਗਏ। ਉਹਨਾਂ ਨੇ ਇਕੱਠਿਆਂ ਆਖਿਆ, ਹਮਜ਼ਾਦ ਸਿਰਫ ਤੇਰਾ ਨਹੀਂ, ਇਹ ਉਹਨਾਂ ਦਾ ਵੀ ਬਣਦਾ ਹੈ ਜੋ ਤੇਰੇ ਆਸਰੇ ਆਉਂਦੇ ਹਨ। ਮੈਂ ਮੰਤਰ ਪੜਨ ਦੀ ਕੋਸ਼ਿਸ਼ ਕੀਤੀ ਜੋ ਕਦੇ ਮੇਰੇ ਦਾਦਾ ਮੂੰਹੋਂ ਸੁਣੇ ਸਨ, ਪਰ ਹਮਜ਼ਾਦ ਹੱਸਿਆ, ਮੰਤਰ ਨਹੀਂ, ਨੀਅਤ ਚਾਹੀਦੀ। ਤੇਰੀ ਨੀਅਤ ਕਿਹੜੀ ਪਵਿੱਤਰ ਰਹਿ ਗਈ। ਮੈਂ ਡਿੱਗ ਗਿਆ, ਮੇਰੇ ਪੈਰ ਹੌਲੀ ਹੌਲੀ ਜ਼ਮੀਨ 'ਚ ਸਮਾਉਣ ਲੱਗੇ ਤੇ ਫਿਰ ਇੱਕ ਆਖਰੀ ਆਵਾਜ਼, ਚੁੱਪ ਦੀ ਲਕੀਰ ਹੁਣ ਕੇਰਾ ਨਹੀਂ, ਕੈਦ ਬਣ ਗਈ ਹੈ। ਅੱਜ ਵੀ ਜਦ ਵੀ ਕੋਈ ਉਸ ਪੁਰਾਣੇ ਘਰ ਦੇ ਕੋਲੋਂ ਲੰਘਦਾ ਹੈ, ਇੱਕ ਹੌਲੀ ਆਵਾਜ਼ ਆਉਂਦੀ ਹੈ, ਮੈਂ ਸਿੱਧ ਹੋ ਗਿਆ ਹਾਂ, ਹੁਣ ਤੇਰੀ ਵਾਰੀ ਹੈ। ਵਕਫਾ ਵਕਫਾ ਵਕਫਾ। ਇਹ ਕਹਾਣੀ ਇੱਕ ਭੂਤਾਂ ਦੀ ਨਹੀਂ, ਇਹ ਕਹਾਣੀ ਇੱਕ ਆਤਮਕ ਕੁਰਸੀ ਦੀ ਹੈ ਜਿਸ ਤੇ ਜੋ ਬੈਠਦਾ ਹੈ ਉਹ ਮੁੜ ਨਹੀਂ ਆਉਂਦਾ। ਕੀ ਮੈਂ ਹੁਣ ਇਹ ਸਾਰੀ ਕਹਾਣੀ ਨੂੰ ਇੱਕ ਭਿਆਨਕ ਪੰਜਾਬੀ ਆਵਾਜ਼ ਵਾਲੇ ਆਡੀਓ 'ਚ ਤਿਆਰ ਕਰਾਂ? ਪਾਰਟ ਲਾਸਟ, ਪੰਜਵਾਂ ਤੇ ਆਖਰੀ ਭਾਗ, ਚੁੱਪ ਦੀ ਲਕੀਰ, ਅਖੀਰਲਾ ਸੰਸ। ਪਿੰਡ ਵਿੱਚ ਕਈ ਮਹੀਨੇ ਤੱਕ ਚੁੱਪੀ ਛਾਈ ਰਹੀ। ਜਿੱਥੇ ਮੇਰਾ ਘਰ ਸੀ ਹੁਣ ਉੱਥੇ ਕੋਈ ਨਹੀਂ ਜਾਂਦਾ। ਰਾਤ ਨੂੰ ਉੱਥੋਂ ਹਵਾ ਵੀ ਨਹੀਂ ਲੰਘਦੀ। ਪਰ ਇੱਕ ਰਾਤ, ਸਾਵਣ ਦੀ ਕਾਲੀ ਅੰਧਿਆਰੀ ਰਾਤ, ਕਿਸੇ ਨਵੇਂ ਜਗਿਆਸੂ ਨੇ ਹੌਸਲਾ ਕਰਕੇ ਉਹ ਥਾਂ ਵੇਖਣ ਦੀ ਕੋਸ਼ਿਸ਼ ਕੀਤੀ। ਉਹ ਵੀ ਮੇਰੀ ਵਾਂਗ ਸਿੱਧ ਕਰਨਾ ਚਾਹੁੰਦਾ ਸੀ। ਉਸਨੇ ਵੀ ਚੂਨੇ ਦੀ ਲਕੀਰ ਖਿੱਚੀ, ਮੋਮਬੱਤੀ ਬੁਲਾਈ ਤੇ ਮੰਤਰ ਪੜ੍ਹਨਾ ਸ਼ੁਰੂ ਕੀਤਾ। ਪਰ ਹਮਜ਼ਾਦ ਹੁਣ ਉਡੀਕ ਵਿੱਚ ਨਹੀਂ ਸੀ। ਇਸ ਵਾਰੀ ਉਹ ਪਹਿਲਾਂ ਹੀ ਉਸਦੇ ਅੰਦਰ ਸੀ। ਦਰਵਾਜ਼ਾ ਆਪਣੇ ਆਪ ਖੁੱਲਿਆ। ਅੰਦਰੋਂ ਇੱਕ ਕਾਲੀ ਧੂਆਂ ਵਰਗੀ ਹਸਤੀ ਨਿਕਲੀ। ਨਾ ਚਿਹਰਾ, ਨਾ ਹੱਥ, ਸਿਰਫ ਇੱਕ ਸਾਇਨ। ਹੁਣ ਤੂੰ ਲਕੀਰ ਖਿੱਚਣ ਵਾਲਾ ਨਹੀਂ, ਤੂੰ ਲਕੀਰ ਹੈ। ਉਸ ਜਗਿਆਸੂ ਦੀ ਅੱਖਾਂ ਤੋਂ ਰੌਸ਼ਨੀ ਚਲੀ ਗਈ। ਉਹ ਸਦਾ ਲਈ ਚੁੱਪ ਹੋ ਗਿਆ, ਪਰ ਹੁਣ ਉਹ ਉੱਥੇ ਹੀ ਹੈ, ਇੱਕ ਪਰਛਾਵਾਂ ਬਣ ਕੇ ਜੋ ਹਰ ਰਾਤ ਚੁੱਕਦਾ ਹੈ ਇੱਕ ਨਵਾਂ ਸ਼ਿਕਾਰ। ਕਹਿੰਦੇ ਨੇ ਜਿਸਨੇ ਵੀ ਚੁੱਪ ਦੀ ਲਕੀਰ ਵਾਲੀ ਕਹਾਣੀ ਪੂਰੀ ਸੁਣੀ, ਉਸ ਦੀ ਛਾਂ ਇੱਕ ਰਾਤ ਲਈ ਉਹਦੀ ਨਹੀਂ ਰਹਿ ਜਾਂਦੀ, ਕਿਸੇ ਹੋਰ ਦੀ ਬਣ ਜਾਂਦੀ ਹੈ। ਅਤੇ ਜੇਕਰ ਤੁਸੀਂ ਇਹ ਕਹਾਣੀ ਅੰਧੇਰੇ ਵਿੱਚ ਸੁਣ ਰਹੇ ਹੋ ਤਾਂ ਮੋੜ ਕੇ ਇੱਕ ਵਾਰੀ ਆਪਣੀ ਛਾਂ ਵੇਖ ਲੈਣਾ। ਜੇ ਉਹ ਹਿਲ ਰਹੀ ਹੋਵੇ ਪਰ ਤੁਸੀਂ ਹਿਲੇ ਨਾ ਹੋਵੋ ਤਾਂ ਸਮਝ ਲੈਣਾ ਲਕੀਰ ਕੱਟ ਚੁੱਕੀ ਹੈ।